इनकम माशाल्लाह रुपया 1.5 लाख कट जानियां ने। जबरदस्त महाना। महाना। बिस्मिल्लाहिर्रहमानिर्रहीम। अस्सलाम वालेकुम नाजरीन इकराम, एक ज़बरदस्त 2 साल कबल शुरू होने वाले सेखो डेयरी फार्म पर मौजूद हूँ। इस फार्म के मालिक बुजुर्ग शख्सियत हैं और माहराना और कामयाबी के साथ अपने डेयरी फार्म को चला रहे हैं। इन्होंने अपने जानवरों का इंतखाब नीली के इलाके से किया और खुद वहां जाकर जानवर खरीदे। इनकी भैंसें 17-18 किलो दूध दे रही हैं और गाय 40 केजी तक दूध देती है। जी हाँ दोस्तों, इसके अलावा ये अपने जानवरों को साइलेज का इस्तेमाल भी करवा रहे हैं। ये महाना सिर्फ 35 जानवरों से 1,50,000 बचत हासिल कर रहे हैं। तो आज की इस वीडियो में साइलेज और सब्ज चारे का मुआवजा भी करवाया जाएगा कि कौन सा चारा बेहतर है, साइलेज का रिजल्ट अच्छा है या कि सब्ज चारे का, और खर्चा किस में ज्यादा आता है। इसके अलावा भैंसों के कारोबार के मतलब एक तफसीली इंटरव्यू किया जाएगा। यकीनन आपको लाजमी फायदा होगा। वीडियो को मुकम्मल लाजमी देखें, लाइक करें, शेयर करें। तो चलिए स्टार्ट करते हैं आज का अपना ये इंटरव्यू। वालेकुम सलाम चाचू जी, क्या हाल चाल है? जी ठीक ठाक, शुक्र है अल्लाह का। चाचू जरा अपना और अपने डेयरी फार्म का तारफ करवा दिया। ये मेरा नाम जनाब अब्दुल गफूर सेखू है। ठीक है। सेखू डेयरी फार्म है माशाल्लाह। ते असां जनाब मझां लियांदियां ने नीली चों। ठीक है। हाँ जी, गाइयां ने झोटा साडा 1 साल दा ही होया। ठीक है, जबरदस्त। किन्ने अरसे तुसी डेयरी फार्मिंग ते शोबे नाल लिंक हो? जी 2 साल होए जे डेरा शेरा बनाया, डेयरी शुरू कीते। ठीक है। ये बस चलदा ही है पे काम ये माशाल्लाह। हाँ जी। ਤੇ ਮੱਝਾਂ ਤੁਸੀਂ ਉੱਥੋਂ ਜਾ ਕੇ ਆਪ ਲਿਆਏ ਸੋ ਇੱਥੋਂ ਜਾਂ ਅੱਡਿਆਂ ਤੋਂ ਲੈ ਲਈਆਂ ਆਪਾਂ? ਨਹੀਂ ਅਸੀਂ ਜਾ ਕੇ ਉੱਥੋਂ ਆਂਦੀਆਂ ਹਜੇ ਲੁੱਡਣ ਤੋਂ, ਮੰਡੀ ਚੋਂ? ਮੰਡੀ ਚੋਂ ਨਹੀਂ, ਅਸੀਂ ਡੇਰਿਆਂ ਤੋਂ ਜਾ ਕੇ ਚੋ ਕੇ ਮੱਝਾਂ ਵੇਖ ਕੇ ਲਿਆਂਦੀਆਂ ਨੇ। ਅੱਛਾ। ਸਾਡੀਆਂ ਮਾਸ਼ਾਅੱਲਾ ਚੰਗੀਆਂ ਮੱਝਾਂ ਨੇ, ਜ਼ਬਰਦਸਤ, ਚੰਗਾ ਦੁੱਧ ਦਿੰਦੀਆਂ ਨੇ। ਤੁਹਾਡੇ ਕੋਲ ਜਿਹੜੀ ਮੱਝ ਹਾਈਐਸਟ ਦੁੱਧ ਦਿੰਦੀ ਉਹ ਕਿੰਨਾ ਕੁ ਦੇ ਛੱਡਦੀ? ਇਹ ਜਨਾਬ 16 ਤੋਂ 17 ਕਿਲੋ ਮੱਝ ਦੇ ਰਹੀ ਹੈ। ਦੇ ਰਹੀ ਹੈ। ਤੇ ਉਸ ਤੋਂ ਥੱਲੇ? ਉਸ ਤੋਂ ਥੱਲੇ ਗਾਂ ਜਿਹੜੀ ਹੈ ਸਾਡੀ ਉਹ ਕੋਈ ਤਕਰੀਬਨ ਮਣਵੀਂ ਘਰ ਛੱਡਦੀ ਏ। ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ। ਕੀ ਬਾਤ ਹੈ। ਮਣ ਇਹ ਗਾਂ ਕਾਲੀ ਜਿਹੜੀ ਏ ਮਣ ਦੁੱਧ 35-34 ਕਿਲੋ ਆਮ ਰੂਟੀਨ ਇਹਦੀ। ਅੱਛਾ। ਜੇ ਸਾਂਭੀਏ ਤੇ ਮਣ ਘਰ ਛੱਡਦੀ। ਜ਼ਬਰਦਸਤ। ਜੀ। ਤੇ ਮੱਝਾਂ ਦੀ ਉਹ ਆਮ ਰੂਟੀਨ ਕਿੰਨੀ ਹੈ? ਆਮ ਰੂਟੀਨ ਜਿਹੜੀ ਹੈ 14-15 ਹੈ। ਇੱਥੇ ਚੱਲਦੀ ਪਈ? ਇੱਥੇ ਹੀ ਚੱਲ ਰਹੀ ਹੈ। ਤੇ ਜਿਹੜੀਆਂ ਸਾਂਭੀਏ ਵੰਡਾ ਜੰਡਾ ਇਹਨਾਂ ਨੂੰ ਖੁਰਾਕ ਬਿਹਤਰ ਕਰੀਏ, ਅਸੀਂ ਇਹ ਸੈਲਜ ਪਾਉਂਦੇ ਆ। ਜਦੋਂ ਸੈਲਜ ਪਾਉਂਦੇ ਆ 16-17 ਕਿਲੋ ਕਰ ਜਾਂਦੀਆਂ ਜਿਹੜੀ 14-15 ਕਿਲੋ। ਸਾਈਲੇਜ ਦਾ ਰਿਜ਼ਲਟ ਅੱਛਾ ਹੈ? ਬਹੁਤ ਅੱਛਾ। ਸਾਈਲੇਜ ਆਪ ਹੀ ਬਣਾ ਰਹੀ ਜਾਂ ਤੁਸੀਂ? ਸੈਲਜ ਅਸੀਂ ਆਪ ਬਣਾਇਆ ਜੇ। ਅੱਛਾ। ਬੰਕਰ ਹੈ ਤੁਸੀਂ ਇੱਥੇ ਕਿਤੇ ਬਣਾਇਆ? ਜੀ ਹੈ ਸਾਹਮਣੇ ਪਿਆ ਜੇ। ਅੱਛਾ। ਬੰਕਰ ਤੋਂ ਬਗੈਰ ਹੀ ਅਸਾਂ ਓਪਨ ਹੀ ਸ਼ੀਟ ਨਾਲ। ਜ਼ਬਰਦਸਤ। ਹਾਂਜੀ। ਯਾਨੀ ਤੁਸੀਂ ਸਮਝਦੇ ਹੋ ਕਿ ਸਾਈਲੇਜ ਆਮ ਚਾਰੇ ਦੀ ਨਿਸਬਤ ਬਿਹਤਰ ਹੈ? ਬਹੁਤ ਬਿਹਤਰ। ਇਹਦੇ ਨਾਲ ਕੋਈ ਦੁੱਧ ਦੇ ਵਿੱਚ ਸਮੈਲ ਵਗੈਰਾ ਤਾਂ ਨਹੀਂ ਆਉਂਦੀ? ਕੋਈ ਸਮੈਲ ਨਹੀਂ ਆਉਂਦੀ, ਬਲਕਿ ਦੁੱਧ ਗਾੜਾ ਵੀ ਤੇ ਖੁਸ਼ਬੂਦਾਰ ਹੋ ਜਾਂਦਾ ਹੈ। ਇਹਦੀ ਫੈਟ ਵੱਧ ਜਾਂਦੀ ਹੈ। ਅੱਛਾ। ਹਾਂਜੀ, ਉਹ ਦੁੱਧ ਦਾ ਮਜ਼ਾ ਬਣ ਜਾਂਦਾ ਹੈ। ਜ਼ਬਰਦਸਤ, ਮਜ਼ੇਦਾਰ ਬਣਦਾ ਹੈ ਦੁੱਧ। ਇਸ ਟਾਈਮ ਕੋਲ ਕਿੰਨੇ ਜਾਨਵਰ ਨੇ ਫਾਰਮ 'ਚ? ਸਾਡੇ ਕੋਲ ਐਸ ਵੇਲੇ ਹੈ ਜੇ ਕੋਈ 35 ਕੁ। 35 ਕੁ? ਹਾਂਜੀ। ਤੇ 35 ਕੁ ਜਾਨਵਰ ਰੋਜ਼ਾਨਾ ਦਾ ਤੁਹਾਡਾ ਕੀ ਖਰਚ ਕਰਵਾ ਹਰਦੇ ਨੇ ਚਾਰੇ ਵਗੈਰਾ ਦਾ? ਖਰਚਾ ਤੇ ਅਸੀਂ ਸਾਡਾ ਤੇ ਏਡਾ ਖਰਚਾ ਕੋਈ ਨਹੀਂ, ਕਮਾਦ ਵੀ ਆਪੀ ਲਾਇਆ। ਠੀਕ ਹੈ। ਸਟਾਲਾ ਵੀ ਆਪਣਾ ਬੀਜਿਆ। ਇੱਕ ਟਾਈਮ ਸੈਲਾ ਹੀ ਪਾਉਂਦੇ ਆ, ਇੱਕ ਟਾਈਮ ਸਟਾਲਾ ਪਾਉਂਦੇ ਆ ਤੇ ਕਮਾਦ ਪਾਉਂਦੇ ਆ। ਠੀਕ ਹੈ। ਸਾਡਾ ਤੇ ਖਰਚਾ ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੁੰਦਾ ਕੋਈ। ਯਾਨੀ ਜ਼ਾਤੀ ਸਿਸਟਮ ਹੈ। ਸਿਸਟਮ ਹੈ। ਠੀਕ ਹੈ। ਤੇ ਕਿੰਨਾ ਕੁ ਤੁਹਾਨੂੰ ਇੱਥੋਂ ਮਿਲ ਜਾਂਦੀ ਹੈ ਇਨਕਮ? ਇਨਕਮ ਮਾਸ਼ਾਅੱਲਾ ਰੁਪਇਆ 1.5 ਲੱਖ ਕੱਢ ਜਾਂਦੀਆਂ ਨੇ। ਜ਼ਬਰਦਸਤ। ਜ਼ਬਰਦਸਤ। ਮਹਾਨਾ। ਮਹਾਨਾ। ਜ਼ਿੰਦਾਬਾਦ। ਅੱਲਾਹ ਪਾਕ ਮਜ਼ੀਦ ਬਰਕਤ ਦੇ। ਹਾਂਜੀ। ਅੱਛਾ ਸਰ, ਮੈਂ ਪੁੱਛਣਾ ਚਾਹਾਂਗਾ, ਤੁਸੀਂ ਜ਼ਿਕਰ ਕੀਤਾ ਹੈ ਤੁਸੀਂ ਇਹਨਾਂ ਨੂੰ ਸਾਈਲੇਜ ਵੀ ਖਿਲਾਉਂਦੇ ਹੋ, ਇਸ ਤੋਂ ਇਲਾਵਾ ਸਬਜ਼ ਚਾਰਾ ਵੀ ਖਿਲਾਉਂਦੇ ਹੋ ਜੀ। ਅਗਰ ਇਹਨਾਂ ਨੂੰ ਕੱਲਾ ਸਾਈਲੇਜ ਖਿਲਾਇਆ ਜਾਏ ਜਾਂ ਸਬਜ਼ ਚਾਰਾ ਖਿਲਾਇਆ ਜਾਏ ਤੇ ਕਿਹਦਾ ਖਰਚਾ ਜ਼ਿਆਦਾ ਹੈ? ਖਰਚਾ ਤੇ ਪੱਠੇ ਦਾ ਜ਼ਿਆਦਾ ਹੈ, ਲੇਕਿਨ ਸੈਲਜ ਜਿਹੜਾ ਇਹ ਗਰਮ ਹੁੰਦਾ ਹੈ। ਸਿਆਲ ਦਾ ਪੱਠਾ ਚੰਗਾ ਹੈ ਸਾਡੇ ਦੇਣ ਨਾਲ, ਗਰਮੀ ਵਾਲਾ ਪੱਠਾ ਨਹੀਂ ਚੰਗਾ। ਗਰਮੀਆਂ ਦੇ ਵਿੱਚ ਇਹ ਗਰਮ ਲੱਗਦਾ ਹੈ ਡੰਗਰਾਂ ਨੂੰ। ਪਰ ਅਸੀਂ ਤੇ ਵੈਸੇ ਹੁਣ ਵੀ ਇੱਕ ਟਾਈਮ ਚਾਰਾ ਪਾਉਂਦੇ ਆ, ਇੱਕ ਟਾਈਮ ਸੈਲਜ ਪਾਉਂਦੇ ਆ ਕਿ ਕੋਈ ਇਹਨਾਂ ਨੂੰ ਡਿਫੈਕਟ ਨਾ ਬਣੇ। ਗਰਮ ਵੀ ਸਟਾਲਾ ਸਰੋਂ ਠੰਡੀ ਹੁੰਦੀ ਏ, ਇਸ ਵਾਸਤੇ ਅਸੀਂ ਮਿਕਸ ਪਾਉਂਦੇ ਆ।
ਯਾਨੀ ਤੁਹਾਡਾ ਜ਼ਿਆਦਾ ਜ਼ੇਨ ਹੈ ਕਿ ਤੁਸੀਂ ਇਹਨਾਂ ਨੂੰ ਸਾਇਲਜ ਸਰਦੀਆਂ ਵਿੱਚ ਹੀ ਪਾਣਾ ਹੈ, ਸਰਦੀਆਂ 'ਚ ਗਰਮੀਆਂ 'ਚ ਨਹੀਂ ਪਾਣਾ। ਗਰਮੀਆਂ 'ਚ ਨਹੀਂ ਅਸੀਂ ਪਾਉਂਦੇ, ਬਿਲਕੁਲ ਗਰਮੀਆਂ 'ਚ ਗਰਮ ਵੀ ਲੱਗਦਾ ਇਹਨਾਂ ਨੂੰ। ਤੇ ਪਾਣੀ ਦਾ ਇਹਦੇ ਵਾਸਤੇ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈ। ਜੇ ਸੈਲਜ ਪਾਈਏ ਤੇ ਡੰਗਰ ਖੁੱਲਾ ਹੋਣਾ ਚਾਹੀਦਾ, ਵੱਜਾ ਨਹੀਂ ਹੋਣਾ ਚਾਹੀਦਾ। ਯਾਨੀ ਕਿ ਆਪਣੀ ਮਰਜ਼ੀ ਨਾਲ ਪਾਣੀ ਮਰਜ਼ੀ ਨਾਲ ਪਾਣੀ ਆ। ਵੇਖਿਆ ਜੇ ਅਸਾਂ ਖੁੱਲੀਆਂ ਨੇ ਆਪਣੀ ਮਰਜ਼ੀ ਨਾਲ ਤਰੇ ਵਾਰੀ ਪਾਣੀ ਪੀਂਦੀਆਂ ਨੇ ਉਹਦੀਆਂ 'ਚ, ਜੇ ਉਂਝ ਬੰਨ ਕੇ ਡਾਈਏ ਤੇ ਫਿਰ ਉਹ ਨੁਕਸਾਨ ਦਿੰਦਾ। ਜੇ ਸੈਲਜ ਪਾਈਏ ਤੇ ਡੰਗਰ ਵੱਜਾ ਹੋਏ ਫਿਰ ਤੇ ਮੁਲਾਜ਼ਮਾਂ ਨੇ 1-2 ਟਾਈਮ ਪਾਣੀ ਡਾਣਾ ਹੈ, ਲੇਕਿਨ ਉਹਦੇ ਨਾਲ ਫਿਰ ਡੰਗਰਾਂ ਨੂੰ ਨੁਕਸਾਨ ਹੁੰਦਾ ਹੈ। ਖੁੱਲਾ ਡੰਗਰ ਹੋਏ ਤੇ ਫਿਰ ਜਿਹੜਾ ਸੈਲਜ ਪਾਣਾ ਚਾਹੀਦਾ। ਠੀਕ ਹੈ। ਹਾਂਜੀ ਤੁਸੀਂ ਲੁੱਡਨ ਤੋਂ ਮੱਝਾਂ ਲੈ ਕੇ ਆਏ ਸੁਹਾਪੀ, ਜੀ। ਤੇ ਤੁਹਾਨੂੰ ਕਿਸ ਤਰ੍ਹਾਂ ਔਸਤਨ ਮੱਝ ਪੈ ਗਈ ਸੀ ਇੱਥੋਂ ਤੱਕ? ਉਸ ਵੇਲੇ 2 ਸਾਲ ਹੋ ਗਏ ਨੇ ਸਾਨੂੰ ਇਹ ਮੱਝਾਂ ਖਰੀਦ ਕੇ ਉੱਥੋਂ ਲਿਆਂਦੀਆਂ। ਜੀ। ਅਸੀਂ 2 ਤੋਂ 2 10 15 ਤੱਕ 2.25 ਦੀ ਰੇਂਜ ਚ ਲਿਆਂਦੀਆਂ ਸਨ। ਠੀਕ ਹੈ। ਤੇ ਮਾਸ਼ਾਅੱਲਾ ਬਹੁਤ ਚੰਗੀਆਂ ਰਹੀਆਂ ਨੇ ਆ ਕੇ। ਠੀਕ ਹੈ। ਹਾਂਜੀ ਬਹੁਤ ਰਿਜ਼ਲਟ ਇਹਨਾਂ ਦਾ। ਦੂਸਰਾ ਇਹ ਵੇ ਕਿ ਹੁਣ ਦੂਸਰੇ ਸੂਬੇ ਤੀਸਰੇ ਲੱਗ ਗਈਆਂ ਨੇ। ਜ਼ਬਰਦਸਤ। ਇੱਕ ਆ ਬੂਰੀ ਮੱਝ ਦੇ ਥੱਲੇ 22 ਕਿਲੋ ਦੁੱਧ ਦੇ। ਅੱਛਾ, ਕਿਹੜੀ ਮੱਝ ਹੈ? ਉਹ ਇੱਕ ਆਓ। ਜੀ ਸਰ, ਬੁਰੀ ਮੱਝ ਵਿਖਾਓ ਆਪਣੀ। ਇਹ ਹੈ ਬੂਰੀ ਮੱਝ। ਇਹ ਹੁਣ ਮਾਸ਼ਾਅੱਲਾ ਇਹਨੂੰ 3 ਮਹੀਨੇ 4 ਮਹੀਨੇ ਹੋ ਗਏ ਨੇ ਇਹਨੂੰ ਸੌਰੀ ਨੂੰ, ਅੱਗੋਂ ਸੂਣ ਵਾਲੀ ਏ। ਤੇ ਇਹ ਸੂਏ ਦੇ ਵਿੱਚ ਪਹਿਲਣ ਹੋ ਕੇ 22 ਕਿਲੋ ਦੁੱਧ ਕਰਦੀ ਰਹੀ ਏ। ਮਾਸ਼ਾਅੱਲਾ। ਹਾਂਜੀ ਬਹੁਤ ਅੱਛਾ, ਬਹੁਤ ਨਸਲ ਵਾਲੀ ਮੱਝ ਹੈ ਜਿਹੜੀ ਇਹ ਕਿਹੜੀ ਨਸਲ ਹੈ? ਨੀਲੀ ਹੈ? ਇਹ ਨੀਲੀ ਦੀ ਹੈ, ਬਾਹਰ ਦੀ ਨੀਲੀ ਬਾਹਰ। ਕੱਦ ਵੀ ਤਾਂ ਛੋਟਾ ਹੀ ਹੈ। ਕੱਦ ਵੀ ਛੋਟਾ ਹੈ, ਲੇਕਿਨ ਇਹਨੂੰ ਵੇਖੋ ਤੁਸੀਂ, ਪੱਠੇ ਵੀ ਉਹੀ ਖਾਂਦੀ ਹੈ। ਪੱਠੇ ਵੀ ਉਹ ਹੀ ਪੱਠੇ ਖਾਂਦੀ ਏ, ਲੇਕਿਨ ਇਹਦਾ ਜਿਹੜਾ ਨਾ 22 ਕਿਲੋ ਤੱਕ ਇਹਦੀ ਐਵਰੇਜ ਰਹੀ ਏ। ਠੀਕ ਹੈ। ਤੇ ਇਹ ਕਿੰਨੇ ਦੀ ਮੈਂ ਲੈ ਕੇ ਆਏ ਹੋ? ਇਹ 2,10,000 ਦੀ ਆਂਦੀ। ਜ਼ਬਰਦਸਤ, ਯਾਨੀ ਕੁਦਰਤੀ ਤੌਰ ਤੇ ਅੱਛੀ ਪੈ ਅੱਛੀ ਪੈ ਗਈ। ਅੱਛਾ, ਜਿਹੜੀ ਮੱਝ ਉੱਥੋਂ 2-10 ਦੀ ਮਿਲਦੀ ਹੈ, ਸਾਡੇ ਇਲਾਕੇ 'ਚ ਆ ਕੇ ਕਿੰਨੇ ਦੀ ਮਿਲਦੀ ਹੈ? ਉਹ 2.5 ਲੱਖ ਦੀ। ਯਾਨੀ ਇੱਥੇ ਇੰਨਾ ਫਰਕ ਪੈ ਇੰਨਾ ਜਾਂਦਾ। ਕੁ ਫਰਕ ਹੈ। ਜ਼ਬਰਦਸਤ। ਹਾਂਜੀ ਤੁਸੀਂ ਇਹਨਾਂ ਜਾਨਵਰਾਂ ਦੇ ਕੱਟੀਆਂ ਦਾ ਕੀ ਕਰਦੇ ਹੋ? ਅਸੀਂ ਕੱਟੀਆਂ ਕੱਟੇ ਮਾਸ਼ਾਅੱਲਾ ਸਾਡੀਆਂ ਇਹ ਪਹਿਲੇ ਸੂਏ ਦੀਆਂ ਇਹ ਕੱਟੀਆਂ ਨੇ। ਅੱਛਾ, ਇਹ ਦੇਖੋ ਨਾ ਇਹ ਚਾਰੇ ਹੀ। ਇਹ ਸਾਲ 'ਚ ਇੰਨਾ ਕਰ ਗਈਆਂ? ਨਹੀਂ ਇਹ 2 ਸਾਲ ਦੀਆਂ ਹੋਈਆਂ ਨੇ। ਅੱਛਾ, ਯਾਨੀ ਪਹਿਲੇ ਸੂਬੇ ਤੋਂ। ਇਹ ਤਿੰਨੇ ਹੀ ਕੱਟੀਆਂ ਨੇ। ਠੀਕ ਹੈ। ਕੱਟਾ ਉਧਰ ਇੱਕ ਵਜੇ ਹੈ। ਇਹਨਾਂ 'ਚ ਕੋਈ ਬਣੀ ਵੀ ਹੈ ਕਿ ਹਾਲੇ ਛੋਟੀ? ਇਹ ਬਣ ਗਈਆਂ, 2 ਬਣ ਗਈਆਂ ਨੇ। ਇਹ ਦੋਵੇਂ ਉੱਡੀਆਂ ਬਣ ਗਈਆਂ। ਕਿੰਨੀ ਉਮਰ 'ਚ ਕਰਕੇ ਬਣੀਆਂ ਨੇ? ਇਹ 2 ਸਾਲ ਦੀਆਂ ਹੋ ਕੇ ਬਣ ਗਈਆਂ। ਕਈ ਲੋਕਾਂ ਨੇ 3 ਸਾਲ ਦੀਆਂ ਬਣਦੀਆਂ ਨੇ। ਨਹੀਂ 2 ਸਾਲ ਤੇ ਕੁਛ ਉੱਤੇ ਮਹੀਨਾ ਤੋਂ ਹੋਇਆ ਬਣ ਗਈ। ਤੇ ਕੀ ਕਰਦੇ ਹੋ ਕਿ ਤੁਹਾਡੀਆਂ ਕੱਟੀਆਂ ਛੇਤੀ ਬਣ ਜਾਣ? ਇਹ ਖੁਰਾਕ ਇਹਦਾ ਨਾਲ ਵੇਖ ਲਓ, ਇਹਨਾਂ ਦੀ ਸਿਹਤ ਜਿਹੜੀ ਹੈ ਉਹ ਖਾਂਦੀਆਂ ਚੰਗਾ ਨੇ। ਠੀਕ ਹੈ। ਹਾਂਜੀ ਪਰਵਰਿਸ਼ ਪਾਣੀ ਛਾਣੀ ਸੈਲਾਈ ਦੀ ਵਜ੍ਹਾ ਹੈ ਸਾਰੀ। ਪੱਠਿਆਂ ਵਾਲੀਆਂ ਜਿਹੜੀਆਂ ਇਹਨਾਂ ਨੂੰ ਨੇੜੀ ਛੇਤੀ ਬਣਦੀਆਂ। ਯਾਨੀ ਸਾਇਲੇਜ ਨਾਲ ਜ਼ਿਆਦਾ ਇਹਨਾਂ ਨੂੰ ਪ੍ਰੋਟੀਨ ਵਿਟਾਮਿਨਸ ਮਿਲਦੇ ਨੇ। ਜੀ ਹਾਂ। ਇਹ ਛੇਤੀ ਸਿਹਤਮੰਦ ਹੁੰਦੀਆਂ ਨੇ ਔਰ ਛੇਤੀ ਹੁਣ ਵੀ ਇਹ ਜਿਹੜਾ ਸੈਲਾਈ ਦਾ ਹੀ ਹੈ, ਸੈਲਾਈ ਦਾ ਪੱਠਾ ਹੈ ਜਿਹੜਾ ਸੁੱਕਾ ਹੈ ਨਾ। ਠੀਕ ਹੈ। ਇਹ ਸੈਲਾਈ ਤੁਹਾਨੂੰ ਉਧਰ ਵੀ ਵਿਖਾਣੇ ਆ। ਸੈਲਾਈ ਖਾਂਦੀਆਂ ਨੇ ਤੇ ਬੜੀਆਂ ਅੱਛੀਆਂ ਰਹਿੰਦੀਆਂ। ਯਾਨੀ ਤੁਹਾਡੇ ਨਜ਼ਦੀਕ ਅਗਰ ਸਾਇਲੇਜ ਖਾਣ ਤੇ ਬਣਦੀਆਂ ਵੀ ਛੇਤੀ ਨੇ। ਛੇਤੀ ਬਣਦੀਆਂ ਬਿਲਕੁਲ। ਇਹ ਝੋਟੇ ਬਾਰੇ ਦੱਸਣ ਲੱਗੇ ਤੁਸੀਂ? ਹਾਂਜੀ ਇਹ ਝੋਟਾ ਜਨਾਬ ਲਿਆਂਦਾ ਸੀ ਮੱਝਾਂ ਦੇ ਨਾਲ ਹੀ। ਅੱਛਾ। ਉਦੋਂ ਇਹ ਦੋਂਦਾ ਲੱਗਾ ਸੀ ਤੇ ਹੁਣ ਛਿਗਾ ਲੱਗ ਗਿਆ। ਅੱਛਾ। ਮਾਸ਼ਾਅੱਲਾ ਇਹਦੀਆਂ ਮੱਝਾਂ ਸਾਰੀਆਂ ਸੂਈਆਂ ਨੇ। ਉੱਥੋਂ ਹੀ ਨਸਲ ਲੈ ਕੇ ਆਏ ਸਨ ਨਾਲ ਮੱਝਾਂ ਦੇ। ਯਾਨੀ ਪਿਓਰ ਨਸਲ ਨਾਲ ਲੈ। ਪਿਓਰ ਨਸਲ ਹੈ, ਉੱਥੋਂ ਲੈ ਕੇ ਆਏ ਸੀਗੇ ਅਸੀਂ। ਕੀ ਨਵੇਂ ਡੇਰੀ ਫਾਰਮਰ ਨੂੰ ਮਸ਼ਵਰਾ ਦਵੋਗੇ ਕਿ ਜਦੋਂ ਮੱਝਾਂ ਖਰੀਦਣ ਨਾਲ ਇੱਕ ਝੋਟਾ ਵੀ ਖਰੀਦਣ? ਝੋਟਾ ਲਾਜ਼ਮੀ ਹੋਣਾ ਚਾਹੀਦਾ ਤੇ ਨਸਲੀ ਹੋਣਾ ਚਾਹੀਦਾ। ਸਭ ਤੋਂ ਨਸਲ ਚੱਲਦੀ ਝੋਟੇ ਤੋਂ ਹੈ। ਹਾਂਜੀ ਝੋਟੇ ਦੀ ਨਸਲ ਦਾ ਪਤਾ ਕਿਸ ਤਰ੍ਹਾਂ ਚੱਲਦਾ ਹੈ? ਇਹਦਾ ਪਤਾ ਜਨਾਬ ਇੱਕ ਤੇ ਇਹਦੀ ਸ਼ਕਲ ਸੂਰਤ ਕੱਦ ਬੁੱਤ ਵੇਲ ਸਾਰੀ ਸੋਹਣੀ ਹੁੰਦੀ ਹੈ। ਦੂਸਰੀਆਂ ਇਹਦੀਆਂ ਜੇ ਚੰਗੀ ਨਸਲ ਦਾ ਉੱਥੇ ਝੋਟੇ ਜਿਹੜੇ ਨੇ ਨਾ ਇਹਦੀਆਂ ਆਂਡਾਂ ਹੁੰਦੀਆਂ ਨੇ ਵੱਖਰੀਆਂ। ਠੀਕ ਹੈ। ਉਹ ਫਿਰ ਮੱਝਾਂ ਦੇ ਥਣਾ ਦੇ ਵਿੱਚ ਵੀ ਉਸ ਤਰ੍ਹਾਂ ਹੀ ਵੇਖਦੇ ਹੁੰਦੇ ਨੇ। ਜ਼ਬਰਦਸਤ ਹੈ। ਹਾਂਜੀ ਆਂਡਾ ਤੋਂ ਕੀ ਮੁਰਾਦ ਲੈ ਰਹੇ ਹੋ? ਆਂਡਾਂ ਤੋਂ ਇਹ ਜਿਹੜੇ ਇਹਦੇ ਗੁਰਦੇ ਨੇ ਨਾ ਇਹਦਾ ਦੇਖਿਆ ਇਹ ਲਹਿਦਾ ਹੁਣ ਤੇ ਸਿਆਲ ਇਹ ਥੋੜਾ ਇਕੱਠਾ ਹੋਇਆ ਜਿਹੜੇ ਇਹਨੇ ਲਹਿਦਾ ਇਹਦਾ ਇਹਦੇ ਵਾਸਤੇ ਇਹਦੀ ਖਾਸ ਲਓ ਜੀ, ਇਹ ਆਂਡਾ ਹੋ ਚਾਲ ਗਿਆ। ਹੁੰਦੀ ਹੈ। ਬਿਲਕੁਲ ਸਹੀ ਹੋ ਗਿਆ। ਹਾਂਜੀ ਠੀਕ ਹੈ। ਕਾਲੀ ਨਸਲ ਹੈ ਮੱਝਾਂ ਵੇਖਿਆ ਜੇ ਸਾਰੀਆਂ ਹੀ ਜਿਹੜੀਆਂ ਕਾਲੀ ਨਸਲ ਦੇ ਕੁੜੀਆਂ ਨੇ ਇਹਨਾਂ ਦਾ ਕੱਦ ਬਹੁਤ ਸੋਹਣਾ ਹੈ। ਦੁੱਧ ਤੋਂ ਚੰਗੀਆਂ ਰਹਿੰਦੀਆਂ ਨੇ। ਠੀਕ ਹੈ। ਹਾਂਜੀ ਇਹ ਸਾਡੇ ਕੋਲ ਸਾਰੀ ਨਸਲ ਹੈ ਇਹ ਕਾਲੀ ਜਿਹੜੀ ਕਾਲੀ ਨੂੰ ਅੱਛੀਆਂ ਹੁੰਦੀਆਂ ਨੇ। ਹਾਂਜੀ ਅਸੀਂ ਉਹ ਬਿਹਤਰ ਅੱਛੀਆਂ ਹੁੰਦੀਆਂ ਨੇ। ਉਹ ਬੁਰੀ ਹੈ ਸਾਰੀਆਂ ਤੋਂ ਅੱਛੀ ਨਿਕਲ ਆਈ ਹੈ। ਠੀਕ ਹੈ। ਲੇਕਿਨ ਇਹ ਮੱਝਾਂ ਜਿਹੜੀਆਂ ਨਾ ਆ ਕੇ ਇੱਥੇ ਵੱਧਦੀਆਂ ਬੜੀਆਂ ਨੇ। ਉਦੋਂ ਬਿਲਕੁਲ ਛੀਟੀਆਂ ਝੋਟੀਆਂ ਸਾਂਦੀਆਂ ਸਨ। ਇੱਥੇ ਆ ਕੇ ਦੇਖੋ ਕਿੱਡੀ ਮੱਝ ਬਣ ਗਈ ਹੈ। ਜ਼ਬਰਦਸਤ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਤੁਹਾਡੇ ਇਹਨੇ ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਨੇ? 2 ਆਦਮੀ ਨੇ 2 ਆਦਮੀ ਆਰਾਮ ਨਾਲ ਸੰਭਾਲ ਲੈਂਦੇ ਨੇ? ਆਰਾਮ ਨਾਲ। ਜ਼ਬਰਦਸਤ। ਇਹ 2 ਹੀ ਆਦਮੀ ਆ ਕੱਢਦੇ ਨੇ ਫਿਰ ਧਾਰਾਂ ਪੱਠੇ ਸਾਰਾ ਸਿਸਟਮ ਇਹਨਾਂ ਹੀ।
ਅੱਛਾ, ਇਹ ਦੱਸੋ ਕਿ ਇਸ ਕੰਮ 'ਚ ਕੋਈ ਮਸਾਇਲ ਵੀ ਹੈ ਨੇ? ਇਸ 2 ਸਾਲਾਂ 'ਚ ਤੁਹਾਨੂੰ ਕਿਹੜੇ ਮਸਾਇਲ ਦਾ ਸਾਹਮਣਾ ਕਰਨਾ ਪਿਆ? ਮਸਾਇਲ ਜਨਾਬ ਹੈ ਨੇ ਇਹਨਾਂ ਨੂੰ। ਇਹ ਬਿਮਾਰੀ ਇੱਕ ਮੋਕਰ ਆਉਂਦੀ ਏ, ਇੱਕ ਵਾਰੀ ਮੋਕਰ ਆਈ ਉਦੋਂ ਅਸੀਂ ਪਰੇਸ਼ਾਨ ਹੋਏ ਆ। ਫਿਰ ਹੁਣ ਸਾਨੂੰ ਪਤਾ ਲੱਗ ਗਿਆ, ਡਾਕਟਰਾਂ ਨਾਲ ਮਸ਼ਵਰਾ ਕੀਤਾ ਕਿ ਇਹਨਾਂ ਨੂੰ ਵੈਕਸੀਨ ਜਿਹੜੀ ਇਹਨਾਂ ਸਾਲ ਬਾਅਦ ਕਰਾਉਣੀ ਚਾਹੀਦੀ ਹੈ। ਅੱਛਾ, ਉਹ ਹੁਣ ਸਾਲ ਬਾਅਦ ਵੈਕਸੀਨ ਜਦੋਂ ਕਰਾਤੀ ਹੈ ਫਿਰ ਕੋਈ ਮਸਲਾ ਨਹੀਂ ਹੋਇਆ। ਅੱਛਾ, ਵੈਕਸੀਨ ਜ਼ਰੂਰੀ ਹੈ। ਜਦੋਂ ਡੰਗਰ ਬਾਹਰੋਂ ਨਵਾਂ ਲਿਆਈਏ ਉਹਨੂੰ ਜ਼ਰੂਰ ਵੈਕਸੀਨ ਕਰਕੇ ਤੇ ਵੇਚਣਾ ਚਾਹੀਦਾ ਹੈ। ਠੀਕ ਹੈ। ਮੰਡੀਆਂ ਜੋ ਲਿਆਈਏ, ਬਾਹਰੋਂ ਲਿਆਈਏ ਤੇ ਵੈਕਸੀਨ ਚਾਹੀਦੀ ਹੈ। ਯਾਨੀ ਪਹਿਲੇ ਵੈਕਸੀਨ ਕਰੋ, ਫਿਰ ਆਪਣੇ ਨੂੰ ਫਿਰ ਡੇਅਰੀ ਸ਼ਾਮਲ ਕਰੋ। ਆਪਣੀ ਡੇਅਰੀ ਦੇ ਵਿੱਚ ਵਾੜੇ ਜੀ ਛੱਡੋ। ਠੀਕ ਹੈ। ਹਾਂਜੀ, ਇਹ ਤਾਂ ਬਹੁਤ ਜ਼ਰੂਰੀ ਹੈ। ਮੂੰਹ ਖੁਰ ਦਾ ਫਿਰ ਕੀ ਹਾਲ ਕੀਤਾ ਹਜੇ? ਮੂੰਹ ਖੋਲ ਤੇ ਫਿਰ ਟੀਕੇ, ਕੋਈ ਦਵਾਈਆਂ ਇਸ ਤਰ੍ਹਾਂ ਹੀ ਕੋਈ ਨਹੀਂ। ਉਹ ਟਾਈਮ ਨਾਲ ਜਦੋਂ ਆ ਜਾਂਦੀ ਹੈ ਨਾ, ਫਿਰ ਉਹਦੇ ਤੇ ਕੋਈ ਅਸਰ ਨਹੀਂ ਦਵਾਈ ਕਰਦੀ। ਠੀਕ ਹੈ। ਹਾਂਜੀ, ਫਿਰ ਉਹ ਡੰਗਰ ਜਿਹੜੇ ਨਾ ਉਹ ਨਾ ਬਿਮਾਰੀ ਭੁਗਤਣੀ। ਠੀਕ ਹੈ। ਅੱਛਾ ਸਰ, ਜਿਹੜਾ ਤੁਹਾਡਾ ਫਾਰਮ ਹੈ ਓਵਰਆਲ ਕਿੰਨੇ ਰਕਬੇ ਵਿੱਚ ਹੈ? ਇਹ ਫਾਰਮ ਜਿਹੜਾ ਸਾਡਾ 10 ਕਨਾਲ ਜੇ। 10 ਕਨਾਲ। ਤੇ ਇਹ ਜਿਹੜੇ ਸ਼ੈੱਡ ਦੇ ਅੰਦਰ ਅਸੀਂ ਮੌਜੂਦ ਆ, ਇੱਕ ਸ਼ੈੱਡ ਹੈ ਵੇ, ਇੱਕ ਉਹ ਖੱਬੀ ਸਾਈਡ ਤੇ ਦੂਸਰਾ ਸ਼ੈੱਡ ਹੈ। ਜੀ। ਇਹਨਾਂ ਦੀ ਕਿੰਨੀ ਲੰਬਾਈ ਤੇ ਕਿੰਨੀ ਚੌੜਾਈ ਹੈ? ਇਹ ਸ਼ੈੱਡ ਜਿਹੜਾ ਹੈ ਤਕਰੀਬਨ 60 ਫੁੱਟ ਲੰਬਾਈ ਹੈ ਤੇ ਇਹਦੀ ਤਕਰੀਬਨ ਕੋਈ 30 ਫੁੱਟ ਚੌੜਾਈ ਹੈ। ਤੇ ਉਹ ਜਿਹੜਾ ਦੂਸਰਾ ਹੈ? ਦੂਸਰਾ ਵੀ ਇੰਨਾ ਹੀ ਹੈ। ਅੱਛਾ, 60 ਫੁੱਟ ਲੰਬਾਈ 30 ਫੁੱਟ ਚੌੜਾਈ। ਹਾਂਜੀ। ਤੇ ਇਹ ਦੋ ਸ਼ੈੱਡਾਂ ਦੇ ਅੰਦਰ ਕਿੰਨੇ ਜਾਨਵਰ ਆ ਜਾਂਦੇ ਨੇ? ਇਹਦੇ ਵਿੱਚ ਜਾਨਵਰ ਹੈ 35 ਜਾਨਵਰ ਜੇ ਖੁੱਲੇ ਹੀ ਰਹਿੰਦੇ ਨੇ, ਜਿੱਥੇ ਮਰਜ਼ੀ ਹੋਏ ਇਹਨਾਂ ਦੇ। ਇਹ ਬਾਹਰ ਜਿਹੜਾ ਖਾਲੀ ਜਗ੍ਹਾ, ਇਹਦੇ ਉੱਤੇ ਵੀ ਤਰਪਾਲ ਹੁੰਦੀ ਹੈ, ਇਹ ਵੀ ਛੱਤ ਕਰਦਾ ਰਾਤ ਨੂੰ। ਅੱਛਾ। ਹਾਂਜੀ, ਇਹਨਾਂ ਦੀ ਸਾਈਡਾਂ ਤੇ ਵੀ ਤਰਪਾਲ ਸੁੱਟ ਦਿੰਦੇ ਹੋ? ਹਾਂਜੀ, ਇਹਨਾਂ ਸਾਈਡਾਂ ਤੇ ਵੀ ਤਰਪਾਲ ਹੁੰਦੀ ਹੈ। ਇਹ ਵੀ ਸਾਰਾ ਜਿਹੜਾ ਓਵਰਆਲ ਹੈ ਵਿਹੜਾ ਵੀ ਜਿਹੜਾ ਛੱਤ ਕਰਨਾ ਜੋ ਤਰਪਾਲਾਂ ਪਾਣੀਆਂ ਨੇ। ਅੱਛਾ, ਤੁਸੀਂ ਜਿਹੜੀ ਇਹ ਸਾਈਡਾਂ ਤੇ ਚਾਰ ਦੀਵਾਰੀ ਕੀਤੀ ਹੈ, ਤੁਸੀਂ ਬਲਾਕ ਇਸਤੇਮਾਲ ਕੀਤੇ ਨੇ? ਜੀ ਜੀ। ਬਲਾਕ ਇਸਤੇਮਾਲ ਕਰਨ 'ਚ ਕੋਈ ਫਾਇਦਾ ਜਾਂ ਖਰਚਾ ਕੰਮ ਹੁੰਦਾ ਹੈ? ਖਰਚਾ ਕੰਮ ਹੁੰਦਾ ਹੈ। ਫਾਇਦਾ ਇਹਦਾ ਤੇ ਮਜ਼ਬੂਤ ਤੇ ਇੱਟਾਂ ਹੀ ਹੁੰਦੀਆਂ ਨੇ, ਲੇਕਿਨ ਇੱਟਾਂ ਦੀ ਮਹਿੰਗਾਈ ਦੀ ਵਜ੍ਹਾ ਤੋਂ ਇਹ ਬਲਾਕ ਫਿਰ ਵੀ ਮੁਨਾਸਬ ਪੈਂਦਾ ਹੈ। ਇਸ ਵਾਸਤੇ ਲੇਕਿਨ ਸਾਨੂੰ ਬਲਾਕ 'ਚ ਕੋਈ ਦਿੱਕਤ ਨਹੀਂ ਆਈ। ਹਾਂਜੀ, ਅਸੀਂ ਬਲਾਕ ਇਸ ਵਾਸਤੇ ਇਸਤੇਮਾਲ ਕੀਤਾ ਕਿ ਜਲਦੀ ਤਿਆਰ ਵੀ ਹੋ ਜਾਂਦਾ ਤੇ ਖਰਚਾ ਵੀ ਘੱਟ। ਤੇ ਇਹ 2 ਸਾਲ ਪਹਿਲੇ ਸਾਰਾ ਸਿਸਟਮ ਕੀਤਾ ਜੇ? ਨਹੀਂ, ਇਹ ਹੁਣ ਬਿਲਕੁਲ ਨਵਾਂ ਬਣਾਇਆ ਜੇ ਨਾਲ ਉੱਪਰ। ਅੱਛਾ। ਉਹ ਜਗ੍ਹਾ ਜਿਹੜੀ ਹੈ ਨਵੀਂ ਹੈ। ਹੁਣ 10-20 ਦਿਨ ਹੋਏ ਨੇ ਡੰਗਰਾਂ ਵਾਸਤੇ ਕੱਚੀ ਜਗ੍ਹਾ ਬਣਾਈ ਏ। ਅੱਛਾ, ਹੁਣ ਕੱਚੀ ਹੁਣ ਬਣਾਈ ਹੈ ਥੋੜੀ ਦੇਰ ਉਹ ਪਹਿਲੇ? ਜਾ ਕੇ ਧੁੱਪੇ ਫਿਰ ਦਿਹਾੜੀ ਪੈਂਦੀਆਂ ਨੇ। ਤੇ ਇਹ ਜਿਹੜਾ ਨਾਲ ਹੋਸ ਬਣਾਇਆ ਹੈ, ਇਹ ਨਹਾਉਣ ਵਾਸਤੇ ਕਿ ਕਿੰਨੇ ਮਰਲੇ ਵਿੱਚ? ਇਹ ਹੋਰ ਜਨਾਬ 40 ਬਾਈ 22 ਜੇ। 40 ਬਾਈ 22। ਹਾਂਜੀ। ਤੇ ਇਹਦੀ ਗਹਿਰਾਈ ਕਿੰਨੀ ਹੈ? ਗਹਿਰਾਈ 4 ਫੁੱਟ ਜੇ। 4 ਫੁੱਟ ਹੈ। ਕਿੰਨੇ ਜਾਨਵਰ ਆਸਾਨੀ ਨਾਲ ਨਹਾ ਸਕਦੇ ਨੇ? ਇਹਦੇ ਡੰਗਰ ਆਪਣਾ ਬਹਿ ਜਾਂਦੇ ਜੇ ਜਾਨਵਰ ਤੇ 30-35 ਬਹਿ ਜਾਂਦੇ ਨੇ ਆਰਾਮ ਨਾਲ। ਜਿੰਨੇ ਜਾਨਵਰ ਹੈ ਨੇ ਸਾਡੇ ਸਾਰੇ ਵੜ ਜਾਂਦੇ ਨੇ। ਠੀਕ ਹੈ। ਅੰਕਲ ਜੀ, ਅਸੀਂ ਤੁਹਾਨੂੰ ਕਾਫੀ ਗੱਲਾਂ ਪੁੱਛੀਆਂ ਨੇ। ਕੋਈ ਖਾਸ ਗੱਲ ਜਿਹੜੀ ਸਾਨੂੰ ਪੁੱਛਣੀ ਚਾਹੀਦੀ ਸੀ ਨਵੇਂ ਦੋਸਤਾਂ ਦੇ ਕਾਰੋਬਾਰੀ ਪੁਆਇੰਟ ਆਫ View ਨਾਲ, ਜਿਹੜੇ ਇਹਨੂੰ ਸ਼ੁਰੂ ਕਰਨਾ ਚਾਹਣ, ਅਸੀਂ ਨਹੀਂ ਪੁੱਛੀ, ਆਪਣੀ ਤਰਫੋਂ ਦੱਸ। ਦੇਖੋ ਜੀ, ਇਹ ਕੰਮ ਤੇ ਬਹੁਤ ਅੱਛਾ ਹੈ। ਇਹਦੇ ਵਿੱਚ ਮਸਲੇ ਮਸਾਇਲ ਜਿਹੜੇ ਨੇ ਥੋੜੇ ਬਹੁਤੇ, ਜ਼ਮੀਨ ਆਪਣੀ ਹੋਵੇ, ਕਮ ਸੇ ਕਮ ਚਾਰੇ ਵਾਸਤੇ ਜ਼ਮੀਨ ਹੋਵੇ, ਉਹਦੇ ਦੇਖਭਾਲ ਉੱਤੇ ਆਪੀ ਰਹੇ ਬੰਦਾ ਕਰੇ ਤੇ ਫਿਰ ਇਹ ਕਰਨਾ ਚਾਹੀਦਾ ਹੈ। ਕਈਆਂ ਦੋਸਤਾਂ ਕੀਤਾ ਤੇ ਉਹ ਛੱਡ ਜਾਂਦੇ ਨੇ, ਨੁਕਸਾਨ ਹੋ ਜਾਂਦਾ ਹੈ ਕਿ ਦੇਖਭਾਲ ਦੀ ਵਜ੍ਹਾ ਤੋਂ। ਠੀਕ ਹੈ। ਦੇਖਭਾਲ ਜਿਹੜੇ ਕੰਮ ਤੇ ਕਰ ਸਕਦੇ ਹੋ ਆਪੀ ਉੱਤੇ ਹੋਵੋ ਤੇ ਕਰੋ, ਨਹੀਂ ਤੇ ਨਹੀਂ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਜਨਾਬ ਜੀ। ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ। ਵਾਲੇਕੁਮ।